ਈਵਾਨ ਨੋਵਲ ਦਾ 5ਵਾਂ ਭਾਗ। ਖਾਣਾ ਦਰਵਾਜ਼ੇ ਅੱਗੇ ਲੈ ਆਂਦਾ ਗਿਆ। ਮੈਂ ਬਾਹਰ ਗਿਆ ਤੇ ਖਾਣੇ ਵਾਲੇ ਬਰਤਨ ਤੇ ਚਾਹਦਾਨੀ ਆਪ ਫੜ ਲਿਆਇਆ। ਮੈਂ ਦਹੀਂ ਵਾਲਾ ਮਿੱਟੀ ਦਾ ਭਾਂਡਾ ਤੇ ਦਮ ਪੁਖਤਾ ਮਾਸ ਵਾਲਾ ਡੱਬਾ ਵੀ ਮੇਜ਼ ਉੱਤੇ ਲਿਆ ਰੱਖਿਆ। ਅਸੀਂ ਖਾਣਾ ਖਾਧਾ। ਮੁੰਡੇ ਤੇ ਖੋਲਨ ਨੇ ਬਹੁਤ ਥੋੜ੍ਹਾ ਹੀ ਖਾਧਾ ਤੇ ਮੇਰੀ ਵੀ ਭੁੱਖ ਮਰ ਗਈ। ਮੁੰਡਾ ਕੁਝ ਨਾਰਾਜ਼ ਤੇ ਉਦਾਸ ਲੱਗ ਰਿਹਾ ਸੀ। ਜਾਪਦਾ ਸੀ ਕਿ ਉਹਦੇ ਦਿਲ ਨੂੰ ਇਸ ਗੱਲ ਨੇ ਬੜੀ ਸੱਟ ਲਾਈ ਸੀ ਕਿ ਕਾਤਾਸੋਨੋਵ ਉਹਨੂੰ ਸ਼ੁਭ ਇੱਛਾ ਭੇਟ ਕਰਨ ਨਹੀਂ ਸੀ ਆਇਆ। ਖਾਣਾ ਖਾ ਕੇ ਉਹ ਫਿਰ ਆਪਣੇ ਫੱਟੇ 'ਤੇ ਵਾਪਸ ਚਲਾ ਗਿਆ। ਜਦੋਂ ਮੇਜ਼ ਸਾਫ਼ ਕਰ ਦਿੱਤਾ ਗਿਆ ਤਾਂ ਖੋਲਨ ਨੇ ਉਸ ਉੱਤੇ ਆਪਣਾ ਨਕਸ਼ਾ ਫੈਲਾਇਆ ਤੇ ਮੈਨੂੰ ਆਪਣੀਆਂ ਵਿਉਂਤਾਂ ਤੋਂ ਜਾਣੂ ਕਰਾਉਣ ਲੱਗਾ। ਅਸਾਂ ਤਿੰਨਾਂ ਜਣਿਆਂ ਨੇ ਦਰਿਆ ਪਾਰ ਕਰਨਾ ਸੀ ਤੇ ਕਿਸ਼ਤੀ ਨੂੰ ਝਾੜੀਆਂ 'ਚ ਛੱਡ ਕੇ ਪਾਣੀ ਦੇ ਨਾਲ ਚੜ੍ਹਦੇ ਵੱਲ ਨੂੰ ਕੋਈ 600 ਗਜ਼ ਦੂਰ ਖੱਡ ਤੱਕ ਪੁੱਜਣਾ ਸੀ। ਖੋਲਨ ਨੇ ਨਕਸ਼ੇ ਉੱਤੇ ਸਾਰੀਆਂ ਥਾਵਾਂ ਵਿਖਾਈਆਂ। ਇਸ 'ਚ ਕੋਈ ਸ਼ੱਕ ਨਹੀਂ ਕਿ ਇਸ ਥਾਂ ਵੱਲ ਸਿੱਧੇ ਜਾਣਾ ਵਧੇਰੇ ਚੰਗਾ ਹੁੰਦਾ, ਪਰ ਉੱਥੇ ਕੰਢਾ ਬਿਲਕੁਲ ਰੜੀ ਥਾਂ ਹੈ ਤੇ ਕਿਸ਼ਤੀ ਨੂੰ ਕਿਧਰੇ ਲੁਕਾਇਆ ਨਹੀਂ ਜਾ ਸਕਦਾ, ਉਹਨੇ ਸਪਸ਼ਟ ਕੀਤਾ। ਮੁੰਡੇ ਨੇ ਇਸ ਖੱਡ ਵਿੱਚੋਂ ਦੀ ਜਿਹੜੀ 3 ਬਟਾਲੀਅਨ ਦੇ ਮੋਰਚਿਆਂ ਦੇ ਸਾਹਮਣੇ ਸੀ, ਦੁਸ਼ਮਣ ਦੀ ਸੁਰੱਖਿਆ ਦੀ ਅਗਲੀ ਕਤਾਰਬੰਦੀ ਵਿੱਚ ਸਰਕ ਜਾਣਾ ਸੀ। ਜੇ ਕੋਈ ਮੁੰਡੇ ਨੂੰ ਵੇਖ ਲਵੇ ਤਾਂ ਉਸ ਹਾਲਤ ਵਿੱਚ ਖੋਲਨ ਤੇ ਮੈਂ ਪਾਣੀ ਦੇ ਸਿਰੇ ਤੋਂ ਲਾਲ ਰਾਕਟ ਛੱਡ ਕੇ ਸਾਡੇ ਤੋਪਖਾਨੇ ਨੂੰ ਗੋਲਾਬਾਰੀ ਕਰਨ ਦਾ ਸੰਕੇਤ ਆਪਣੇ ਆਪ ਨੂੰ ਜ਼ਾਹਰ ਕਰਨਾ ਸੀ ਤੇ ਮੁੰਡੇ ਨੂੰ ਕਿਸ਼ਤੀ ਵੱਲ ਪਿੱਛੇ ਹਟਣ ਲਈ ਹਰ ਕੀਮਤ ਉੱਤੇ ਓਟ ਦਿੰਦਿਆਂ ਦੁਸ਼ਮਣ ਦਾ ਧਿਆਨ ਦੂਜੇ ਪਾਸੇ ਖਿੱਚਣਾ ਸੀ। ਖੋਲਨ ਨੇ ਅਖੀਰ ਵਿੱਚ ਪਿੱਛੇ ਹਟਣਾ ਸੀ ਤੇ ਜੇ ਕੋਈ ਮੁੰਡੇ ਨੂੰ ਵੇਖ ਲਵੇ ਤਾਂ ਉਸ ਹਾਲਤ ਵਿੱਚ ਸਾਡੇ ਵੱਲੋਂ ਸੰਕੇਤ ਮਿਲਣ ਉੱਤੇ ਸਹਾਇਕ ਹਥਿਆਰਾਂ 76 ਮਿਲੀਮੀਟਰ ਦੀਆਂ ਤੋਪਾਂ ਵਾਲੇ 2 ਦਸਤਿਆਂ, 120 ਮਿਲੀਮੀਟਰ ਦੇ ਤੋਪ ਦਸਤੇ, 2 ਮਾਰਟਰ ਕੰਪਨੀਆਂ ਤੇ 1 ਮਸ਼ੀਨ ਗਨ ਕੰਪਨੀ ਨੇ ਜ਼ਬਰਦਸਤ ਗੋਲਾਬਾਰੀ ਕਰਕੇ ਦੁਸ਼ਮਣ ਨੂੰ ਅੰਨਾ ਤੇ ਹੱਕਾ ਬੱਕਾ ਕਰ ਦੇਣਾ ਸੀ ਤੇ ਗੋਲੀਆਂ ਦੀ ਐਸੀ ਬੁਛਾੜ ਕਰਨੀ ਸੀ ਕਿ ਜਰਮਨ ਖੱਡ ਦੇ ਦੋਵੇਂ ਪਾਸੇ ਤੇ ਹੋਰ ਪਰੇ ਖੱਬੇ ਤੱਕ ਆਪਣੀਆਂ ਖੰਦਕਾਂ ਵਿੱਚੋਂ ਸਿਰ ਨਾ ਚੁੱਕ ਸਕਣ ਤੇ ਅਸੀਂ ਸਹੀ ਸਲਾਮਤ ਪਿੱਛੇ ਹਟ ਕੇ ਕਿਸ਼ਤੀ ਕੋਲ ਆ ਜਾਈਏ। ਖੋਲਨ ਨੇ ਖੱਬੇ ਕੰਢੇ ਨਾਲ ਮਿਲਵਰਤਨ ਵਾਸਤੇ ਮੈਨੂੰ ਸਿਗਨਲ ਦੱਸੇ। ਇੱਕ ਵਾਰ ਫਿਰ ਵਿਸਥਾਰ ਨਾਲ ਸਮਝਾਇਆ ਤੇ ਫਿਰ ਪੁੱਛਿਆ, ਸਭ ਕੁਝ ਸਾਫ਼ ਹੋ ਗਿਆ? ਹਾਂ, ਹੋ ਗਿਆ। ਕੁਝ ਚਿਰ ਚੁੱਪ ਰਹਿਣ ਮਗਰੋਂ ਮੈਂ ਉਹਦੇ ਨਾਲ ਉਸ ਬਾਰੇ ਗੱਲ ਛੇੜੀ ਜਿਹਦੀ ਮੈਨੂੰ ਚਿੰਤਾ ਖਾ ਰਹੀ ਸੀ। ਪਰ ਜਾਣ ਮਗਰੋਂ ਜਦੋਂ ਮੁੰਡਾ ਇਕੱਲਾ ਹੋ ਗਿਆ ਤਾਂ ਹਨੇਰੇ 'ਚ ਰਾਹ ਤਾਂ ਨਹੀਂ ਭੁੱਲ ਜਾਏਗਾ ਤੇ ਗੋਲਾਬਾਰੀ ਦੀ ਹਾਲਤ ਵਿੱਚ ਉਹਨੂੰ ਕੋਈ ਨੁਕਸਾਨ ਤਾਂ ਨਹੀਂ ਪੁੱਜੇਗਾ। ਖੋਲਨ ਨੇ ਸਮਝਾਇਆ ਕਿ ਉਹਨੇ ਮੁੰਡੇ ਵੱਲ ਸਿਰ ਹਿਲਾ ਕੇ ਸੈਨਤ ਕੀਤੀ। ਕਾਤਾਸੋਨੋਵ ਨਾਲ ਮਿਲ ਕੇ 3 ਬਟਾਲੀਅਨ ਦੇ ਮੋਰਚਿਆਂ ਤੋਂ ਕਈ ਘੰਟੇ ਪਾਰ ਜਾਣ ਵਾਲੀ ਥਾਂ ਦੁਸ਼ਮਣ ਦੇ ਕੰਢੇ ਦੀ ਜਾਂਚ ਪੜਤਾਲ ਕਰਦਾ ਰਿਹਾ ਤੇ ਉਹਨੂੰ ਇੱਕ ਝਾੜੀ ਦਾ, ਧਰਤੀ ਦੇ ਚੱਪੇ ਦਾ ਪਤਾ ਹੈ। ਜਿੱਥੋਂ ਤੱਕ ਗੋਲਾਬਾਰੀ ਦਾ ਸਵਾਲ ਹੈ, ਸਾਡੇ ਤੋਪਖਾਨੇ ਨੇ ਨਿਸ਼ਾਨਿਆਂ ਦੀ ਦੂਰੀ ਨਿਸ਼ਚਿਤ ਕਰ ਲਈ ਹੈ ਤੇ ਉਹ 80 ਗਜ਼ ਚੌੜੀ ਇੱਕ ਗਲੀ ਖੁੱਲ੍ਹੀ ਛੱਡ ਦੇਣਗੇ। ਮੈਂ ਇਸ ਬਾਰੇ ਸੋਚ ਰਿਹਾ ਸੀ ਕਿ ਕਈ ਅਣਕਿਆਸੀਆਂ ਘਟਨਾਵਾਂ ਹੋ ਸਕਦੀਆਂ ਹਨ, ਪਰ ਇਸ ਬਾਰੇ ਮੈਂ ਕੁਝ ਨਹੀਂ ਬੋਲਿਆ। ਮੁੰਡਾ ਸਧਰਾਈਆਂ ਨਜ਼ਰਾਂ ਨਾਲ ਛੱਤ ਵੱਲ ਝਾਕਦਾ ਲੰਮਾ ਪਿਆ ਹੋਇਆ ਸੀ। ਉਹਦੇ ਚਿਹਰੇ ਉੱਤੇ ਦੁੱਖ ਦਾ ਭਾਵ ਸੀ ਤੇ ਜਿਵੇਂ ਮੈਨੂੰ ਲੱਗਿਆ ਸਾਡੀਆਂ ਗੱਲਾਂ ਵੱਲੋਂ ਬੇਪਰਵਾਹ, ਜਿਵੇਂ ਉਹਨੂੰ ਇਹਨਾਂ 'ਚ ਕੋਈ ਦਿਲਚਸਪੀ ਨਹੀਂ ਸੀ। ਮੈਂ ਨਕਸ਼ੇ ਉਤਲੀਆਂ ਨੀਲੀਆਂ ਲਾਈਨਾਂ ਡੂੰਘਾਈ ਤੱਕ ਜਰਮਨ ਫੌਜਾਂ ਦੀ ਤਿਰਛੀ ਸਫਬੰਦੀ ਦੀ ਜਾਂਚ ਪੜਤਾਲ ਕੀਤੀ ਤੇ ਕਲਪਨਾ ਕਰਨ ਲੱਗਾ ਕਿ ਅਸਲੀਅਤ ਵਿੱਚ ਉਹ ਕਿਸ ਤਰ੍ਹਾਂ ਦੀਆਂ ਸਨ ਤੇ ਹੌਲੀ ਜਿਹੀ ਪੁੱਛਿਆ, ਸੁਣ, ਪਾਰ ਕਰਨ ਵਾਲੀ ਜਿਹੜੀ ਥਾਂ ਚੁਣੀ ਹੈ ਉਹ ਸਭ ਤੋਂ ਚੰਗੀ ਥਾਂ ਹੈ? ਸੈਨਾ ਦੇ ਮੁਹਾਜ਼ ਨਾਲ ਕੋਈ ਐਸਾ ਹਲਕਾ ਨਹੀਂ ਜਿੱਥੇ ਦੁਸ਼ਮਣ ਦੀਆਂ ਫੌਜਾਂ ਇੰਨੀਆਂ ਸੰਘਣੀਆਂ ਨਾ ਹੋਣ? ਕੀ ਮਤਲਬ ਹੈ ਕਿ ਜਿਨ੍ਹਾਂ ਥਾਵਾਂ 'ਤੇ ਸਿਰੇ ਜੁੜਦੇ ਹਨ ਉੱਥੇ ਕੋਈ ਕਮਜ਼ੋਰ ਪਾਸਾ ਜਾਂ ਖੱਪੀ ਨਹੀਂ? ਖੋਲਨ ਨੇ ਸੁੰਗੜੀਆਂ ਭੂਰੀਆਂ ਅੱਖਾਂ ਨਾਲ ਟਿਚਰੀ ਅੰਦਾਜ਼ ਨਾਲ ਮੇਰੇ ਵੱਲ ਵੇਖਿਆ। ਤੁਸੀਂ ਲੜਾਕੂ ਟੋਲੀਆਂ ਵਾਲੇ ਆਪਣੇ ਨੱਕ ਤੋਂ 1 ਇੰਚ ਅਗਾਂਹ ਨਹੀਂ ਵੇਖਦੇ। ਤੁਹਾਨੂੰ ਹਮੇਸ਼ਾ ਇਹੋ ਖਿਆਲ ਹੁੰਦਾ ਹੈ ਕਿ ਦੁਸ਼ਮਣ ਦੀਆਂ ਮੁੱਖ ਸੈਨਾਵਾਂ ਤੁਹਾਡੇ ਸਾਹਮਣੇ ਨੇ ਤੇ ਦੂਜੇ ਹਲਕੇ ਸਿਰਫ ਕਮਜ਼ੋਰ ਓਟ ਹੀ ਨੇ, ਜਿਵੇਂ ਸਿਰਫ ਜ਼ਾਹਿਰ ਕਰਨ ਲਈ ਹੀ। ਕੀ ਤੂੰ ਇਹ ਸੋਚਦਾ ਹੈ ਕਿ ਅਸੀਂ ਆਪਣੀ ਚੋਣ ਧਿਆਨ ਨਾਲ ਨਹੀਂ ਕੀਤੀ ਜਾਂ ਸਾਨੂੰ ਤੇਰੇ ਨਾਲੋਂ ਘੱਟ ਸਮਝ ਹੈ? ਜੇ ਜਾਣਨਾ ਚਾਹੁੰਦਾ ਤਾਂ ਸਾਰਾ ਮੁਹਾਜ਼ ਜਰਮਨਾਂ ਨਾਲ ਭਰਿਆ ਹੋਇਆ ਹੈ ਤੇ ਇੱਧਰ ਉੱਧਰ ਜਾਣ ਦੀ ਕੋਈ ਥਾਂ ਨਹੀਂ। ਰਹੀ ਗੱਲ ਸਿਰਿਆਂ ਦੇ ਜੁੜਨ ਵਾਲੀਆਂ ਥਾਵਾਂ ਦੀ, ਇਹਨਾਂ ਜਰਮਨਾਂ ਦੀਆਂ ਅੱਖਾਂ ਖੁੱਲ੍ਹੀਆਂ ਨੇ, ਉਹ ਕੋਈ ਮੂਰਖ ਨਹੀਂ। ਅੱਜ ਕੱਲ੍ਹ ਮੂਰਖਾਂ ਦਾ ਜ਼ਮਾਨਾ ਨਹੀਂ ਰਿਹਾ। ਦਰਜਨਾਂ ਮੀਲਾਂ ਤੱਕ ਸੁਰੱਖਿਆ ਦੀ ਇੱਕ ਮਜ਼ਬੂਤ ਕੰਧ ਹੈ। ਖੋਲਨ ਨੇ ਇੱਕ ਲੰਮਾ ਸਾਹ ਖਿੱਚ ਕੇ ਆਖਿਆ, ਅਸੀਂ ਦਰਜਨਾਂ ਵਾਰੀ ਉੱਥੇ ਹੋ ਆਏ ਹਾਂ ਭਲੇ ਮਾਨਸ। ਖੜੇ ਪੈਰ ਹੀ ਕਿਸੇ ਗੱਲ ਦਾ ਫੈਸਲਾ ਨਹੀਂ ਕੀਤਾ ਜਾਂਦਾ। ਉਹ ਉੱਠਿਆ,
ਮੁੰਡੇ ਦੇ ਕੋਲ ਫੱਟੇ 'ਤੇ ਬਹਿ ਗਿਆ ਤੇ ਜਿਵੇਂ ਮੇਰਾ ਖਿਆਲ ਸੀ ਕਿ ਪਹਿਲੀ ਵਾਰੀ ਨਹੀਂ, ਮੱਧਮ ਆਵਾਜ਼ 'ਚ ਉਹਨੂੰ ਹਦਾਇਤਾਂ ਦੇਣ ਲੱਗਾ। ਖੱਡ ਵਿੱਚ ਸਿਰੇ ਦੇ ਨੇੜੇ ਤੇੜੇ ਰਹੀ, ਭੁੱਲ ਨਾ ਜਾਈ, ਸਾਰਾ ਥੱਲਾ ਵਿਚੀਆਂ ਸੁਰੰਗਾਂ ਨਾਲ ਭਰਿਆ ਹੋਇਆ ਹੈ। ਵਿੱਚ ਵਿੱਚ ਰੁਕਦਾ ਤੇ ਬਿੜਕ ਲੈਂਦਾ ਰਹੀ। ਇੱਕਦਮ ਰੁਕ ਜਾਈ, ਖੰਦਕਾਂ ਦੀ ਗਸ਼ਤ ਕੀਤੀ ਜਾਂਦੀ ਹੈ, ਸੋ ਰੀਂਗ ਕੇ ਅਗਾਂਹ ਹੋ ਜਾਈ ਤੇ ਇੰਤਜ਼ਾਰ ਕਰੀ। ਜਿਵੇਂ ਗਸ਼ਤੀ ਟੋਲੀ ਲੰਘ ਜਾਏ, ਸਰਕ ਕੇ ਖੰਦਕ ਟੱਪ ਜਾਈ ਤੇ ਅਗਾਂਹ ਵੱਧਦਾ ਰਹੀ। ਮੈਂ 5ਵੀਂ ਕੰਪਨੀ ਦੇ ਕਮਾਂਡਰ ਗੂਸ਼ਚੀਨ ਨੂੰ ਫੋਨ ਕੀਤਾ। ਉਹਨੂੰ ਦੱਸਿਆ ਕਿ ਆਪਣਾ ਕੰਮ ਉਹਨੂੰ ਸੌਂਪ ਰਿਹਾ ਤੇ ਕੁਝ ਜ਼ਰੂਰੀ ਹੁਕਮ ਜਾਰੀ ਕੀਤੇ। ਟੈਲੀਫੋਨ ਦਾ ਚੋਂਗਾ ਲਟਕਾਇਆ ਤਾਂ ਮੈਨੂੰ ਫੇਰ ਖੋਲ੍ਹਣ ਦੀ ਮੱਧਮ ਜਿਹੀ ਆਵਾਜ਼ ਸੁਣੀ। ਫਿਰ ਦੋ ਰੁਬੱਕਾ ਵਿੱਚ ਇੰਤਜ਼ਾਰ ਕਰੀ, ਧੌਣ ਬਾਹਰ ਨਾ ਕੱਢੀ, ਜੋ ਵੀ ਕਰੇ ਸੰਭਲ ਕੇ ਕਰੀ। ਤੂੰ ਸਮਝਦਾ ਹੈ ਕਿ ਸੌਖਾ ਕੰਮ ਹੈ, ਸੰਭਲ ਕੇ ਰਹੀ। ਮੁੰਡੇ ਨੇ ਮਸਾਂ ਹੀ ਮਾਲੂਮ ਹੁੰਦੀ ਖਿਝ ਨਾਲ ਆਖਿਆ, ਮੈਨੂੰ ਪਤਾ ਹੈ, ਪਰ ਤੈਨੂੰ ਸੰਭਲ ਕੇ ਰਹਿਣਾ ਪਏਗਾ। ਹਮੇਸ਼ਾ ਯਾਦ ਰੱਖੀ, ਤੂੰ ਇਕੱਲਾ ਨਹੀਂ। ਯਾਦ ਰੱਖ, ਤੂੰ ਭਾਵੇਂ ਕਿਤੇ ਵੀ ਹੋਵੇਂ, ਮੈਂ ਹਮੇਸ਼ਾ ਤੇਰੇ ਬਾਰੇ ਸੋਚਦਾ ਰਹਿਣਾ ਤੇ ਲੈਫਟੀਨੈਂਟ ਕਰਨਲ ਵੀ। ਤੇ ਕਾਤਾ ਸੋਨੋਵ ਮੈਨੂੰ ਮਿਲੇ ਬਗੈਰ ਹੀ ਚਲਾ ਗਿਆ। ਮੁੰਡੇ ਨੇ ਫਿਰ ਬੱਚਿਆਂ ਵਾਲੀ ਖਿਝ ਨਾਲ ਆਖਿਆ, ਮੈਂ ਤੈਨੂੰ ਦੱਸਿਆ ਤਾਂ ਹੈ, ਉਹ ਨਹੀਂ ਸੀ ਮਿਲ ਸਕਦਾ। ਉਹਨੂੰ ਤੁਰੰਤ ਬੁਲਾਇਆ ਗਿਆ ਸੀ। ਤੂੰ ਚੰਗੀ ਤਰ੍ਹਾਂ ਜਾਣਦਾ ਹੈ, ਉਹ ਤੈਨੂੰ ਪਿਆਰ ਕਰਦਾ ਹੈ ਤੇ ਤੂੰ ਇਹ ਵੀ ਜਾਣਦਾ ਹੈ ਕਿ ਉਹਦਾ ਹੋਰ ਕੋਈ ਹੈ ਨਹੀਂ ਤੇ ਤੂੰ ਹੀ ਸਭ ਕੁਝ ਹੈ। ਜਾਣਦਾ ਹੈ ਨਾ? ਜਾਣਦਾ। ਮੁੰਡੇ ਨੇ ਬੁੜਬੁੜ ਕੀਤਾ ਤੇ ਉਹਦੀ ਆਵਾਜ਼ 'ਚ ਕੰਬਣੀ ਸੀ, ਤਾਂ ਵੀ ਉਹ ਆ ਸਕਦਾ ਸੀ। ਖੋਲਨ ਉਹਦੇ ਨਾਲ ਲੰਮਾ ਪੈ ਗਿਆ, ਉਹਦੇ ਮੁਲਾਇਮ ਰੇਸ਼ਮ ਵਰਗੇ ਵਾਲਾਂ 'ਤੇ ਹੱਥ ਫੇਰਨ ਲੱਗਾ ਤੇ ਉਹਦੇ ਕੰਨ 'ਚ ਘੁਸਰ-ਮੁਸਰ ਕਰਨ ਲੱਗਾ। ਮੈਂ ਕੋਸ਼ਿਸ਼ ਕੀਤੀ ਕਿ ਕੁਝ ਨਾ ਸੁਣਾ। ਮੈਂ ਵੇਖਿਆ ਕਿ ਮੇਰੇ ਕਰਨ ਗੋਚਰੇ ਢੇਰ ਸਾਰੇ ਕੰਮ ਹਨ ਤੇ ਮੈਂ ਕਾਹਲੀ ਕੰਮ ਜੁੱਟ ਪਿਆ, ਪਰ ਵਿਅਰਥ। ਫਿਰ ਮੈਂ ਕੰਮ ਛੱਡ ਕੇ ਆਪਣੀ ਮਾਂ ਨੂੰ ਖੱਤ ਲਿਖਣ ਬੈਠ ਗਿਆ। ਮੈਨੂੰ ਪਤਾ ਸੀ ਸਾਰੇ ਜਾਸੂਸ ਮਿਲੇ ਕੰਮ ਨੂੰ ਪੂਰਾ ਕਰਨ ਜਾਣ ਤੋਂ ਪਹਿਲਾਂ ਆਪਣੇ ਪਿਆਰਿਆਂ ਤੇ ਸੰਬੰਧੀਆਂ ਨੂੰ ਚਿੱਠੀਆਂ ਲਿਖਦੇ ਹੈ, ਪਰ ਮੈਂ ਘਬਰਾਇਆ ਹੋਇਆ ਸੀ ਤੇ ਇਸ ਪਾਸੇ ਮਨ ਨਾ ਜੋੜ ਸਕਿਆ। ਪੈਨਸਿਲ ਨਾਲ ਅੱਧਾ ਸਫ਼ਾ ਲਿਖਣ ਮਗਰੋਂ ਮੈਂ ਕਾਗਜ਼ ਪਾੜ ਦਿੱਤਾ ਤੇ ਉਹਨੂੰ ਅੱਗ 'ਚ ਸੁੱਟ ਦਿੱਤਾ। ਵਕਤ। ਖੋਲਨ ਨੇ ਆਪਣੀ ਘੜੀ ਉੱਤੇ ਨਜ਼ਰ ਮਾਰਦਿਆਂ ਤੇ ਖੜੇ ਹੁੰਦਿਆਂ ਮੈਨੂੰ ਆਖਿਆ। ਉਹਨੇ ਜਰਮਨ ਸੂਟਕੇਸ ਬੈਂਚ ਉੱਤੇ ਟਿਕਾਇਆ, ਫੱਟੇ ਹੇਠੋਂ ਗੰਢੜੀ ਖਿੱਚੀ ਤੇ ਇਹਨੂੰ ਖੋਲ੍ਹਿਆ। ਉਹ 'ਤੇ ਮੈਂ ਕੱਪੜੇ ਪਾਉਣ ਲੱਗ ਪਏ। ਆਪਣੇ ਹੇਠਲੇ ਸੂਤੀ ਕੱਪੜਿਆਂ ਦੇ ਉੱਪਰ ਉਹਨੇ ਵਧੀਆ ਗਰਮ ਪਜਾਮਾ ਤੇ ਨਾਲ ਸਵੈਟਰ ਪਾ ਲਿਆ ਤੇ ਫਿਰ ਸਰਦੀਆਂ ਵਾਲੀ ਫੌਜੀ ਕਮੀਜ਼ ਤੇ ਪਤਲੂਨ ਪਾ ਲਈ ਤੇ ਸਭ ਤੋਂ ਉੱਪਰ ਪਾ ਲਿਆ ਹਰੇ ਰੰਗ ਦਾ ਨਕਾਬੀ ਚੋਗਾ। ਉਹਦੀ ਨਕਲ ਕਰਦਿਆਂ ਮੈਂ ਵੀ ਇਸ ਤਰ੍ਹਾਂ ਦੇ ਕੱਪੜੇ ਪਾ ਲਏ। ਕਾਤਾ ਸਨੋਵ ਦਾ ਗਰਮ ਪਜਾਮਾ ਮੈਨੂੰ ਬੜਾ ਛੋਟਾ ਸੀ ਤੇ ਉਹ ਗੱਦ ਤੋਂ ਉੱਧੜ ਗਿਆ। ਮੈਂ ਝਕਦਿਆਂ ਖੋਲਨ ਵੱਲ ਵੇਖਿਆ। ਕੋਈ ਨਹੀਂ, ਉਹਨੇ ਹੱਲਾਸ਼ੇਰੀ ਦਿੱਤੀ, ਪਾ ਲੈ, ਪਾੜ ਜਾਏਗਾ ਤਾਂ ਨਵਾਂ ਲੈ ਦੇਵਾਂਗੇ। ਨਕਾਬੀ ਚੋਗਾ ਤਕਰੀਬਨ ਵੇਚ ਆ ਗਿਆ ਸੀ, ਭਾਵੇਂ ਪਤਲੂਨ ਥੋੜ੍ਹੀ ਜਿਹੀ ਛੋਟੀ ਸੀ। ਪੈਰੀਂ ਅਸੀਂ ਖੁਰੀਆਂ ਲੱਗੇ ਜਰਮਨ ਬੂਟ ਪਾ ਲਏ। ਮੈਨੂੰ ਉਹ ਕੁਝ ਭਾਰੇ ਲੱਗੇ ਸੀ, ਪਰ ਖੋਲਨ ਨੇ ਸਮਝਾਇਆ ਕਿ ਦੂਜੇ ਪਾਸੇ ਕੋਈ ਐਸੀਆਂ ਪੈੜਾਂ ਨਾ ਛੱਡਣ ਲਈ ਜਿਨ੍ਹਾਂ ਤੋਂ ਕੋਈ ਸੰਕੇਤ ਮਿਲ ਸਕਦਾ ਹੋਵੇ, ਇੱਕ ਸਾਵਧਾਨੀ ਹੈ। ਖੋਲਨ ਨੇ ਮੇਰੇ ਨਕਾਬੀ ਚੋਗੇ ਦੀਆਂ ਤਣੀਆਂ ਕੱਸ ਦਿੱਤੀਆਂ। ਅਸੀਂ ਝਟਪਟ ਤਿਆਰ ਹੋ ਗਏ। ਖੋਲ ਵਾਲੀਆਂ ਛੁਰੀਆਂ ਤੇ F1 ਗਰਨੇਡ ਸਾਡੀਆਂ ਪੇਟੀਆਂ ਨਾਲ ਲਟਕੇ ਹੋਏ ਸਨ। ਖੋਲਨ ਨੇ ਇੱਕ ਭਾਰਾ ਟੈਂਕ ਮਾਰ ਗਰਨੇਡ ਰਪਗ 40 ਵੀ ਲਿਆ ਸੀ। ਭਰੇ ਹੋਏ ਪਿਸਤੌਲ ਪੇਟੀਆਂ ਦੇ ਅੰਦਰ ਅੜਾ ਲਏ ਸਨ ਤੇ ਕੰਪਸ ਤੇ ਰੌਸ਼ਨ ਡਾਇਲ ਵਾਲੀਆਂ ਘੜੀਆਂ ਅਸਾਂ ਨਕਾਬੀ ਚੋਗਿਆਂ ਦੀਆਂ ਬਾਹਾਂ 'ਚ ਲੁਕਾ ਲਈਆਂ ਸਨ। ਰਾਕਟ ਵਾਲੀਆਂ ਗੰਨਾਂ ਦੀ ਪੜਤਾਲ ਕਰ ਲਈ ਸੀ ਤੇ ਖੋਲਨ ਨੇ ਟੌਮੀ ਗਨ ਦੇ ਪੈਨ ਜਾਂਚ ਪਰਖ ਲਏ ਸਨ। ਅਸੀਂ ਤਿਆਰ ਹੋ ਚੁੱਕੇ ਸਾਂ, ਪਰ ਮੁੰਡਾ ਅਜੇ ਵੀ ਸਿਰ ਹੇਠ ਹੱਥ ਦੇ ਕੇ ਲੰਮਾ ਪਿਆ ਹੋਇਆ ਸੀ ਤੇ ਨਜ਼ਰਾਂ ਉਹਨੇ ਦੂਜੇ ਪਾਸੇ ਕੀਤੀਆਂ ਹੋਈਆਂ ਸਨ। ਫਿੱਕੇ ਪੈ ਗਏ ਭੂਰੇ ਰੰਗ ਦੀ ਇੱਕ ਖੁੱਥੜ ਜਿਹੀ ਰੂੰਦਾਰ ਜੈਕਟ, ਟਾਕੀਆਂ ਲੱਗੀ ਇੱਕ ਗੂੜੀ ਸਲੇਟੀ ਪਤਲੂਨ, ਕੰਨ ਪੱਟੀਆਂ ਵਾਲੀ ਇੱਕ ਪਾਟੀ ਪੁਰਾਣੀ ਫਰ ਦੀ ਟੋਪੀ ਤੇ ਘਸੇ ਪਾਟੇ ਉੱਚੇ ਬੂਟਾਂ ਦਾ ਇੱਕ ਜੋੜਾ। ਮੁੰਡੇ ਵਾਸਤੇ ਵੱਡੇ ਸਾਰੇ ਜਰਮਨ ਸੂਟਕੇਸ 'ਚੋਂ ਕੱਢ ਲਿਆ ਗਿਆ ਸੀ। ਸੂਤੀ ਕੱਛਾ ਬਨੈਣ, ਇੱਕ ਪੁਰਾਣੀ ਜਰਸੀ ਤੇ ਜੁਰਾਬਾਂ ਤੋਪੇ ਟਾਂਕੇ ਲੱਗੇ ਹੋਏ, ਇੱਕ ਗੰਦਾ ਜਿਹਾ ਪਿੱਠੂ, ਲੱਤਾਂ ਦੀਆਂ ਪੱਟੀਆਂ ਤੇ ਹੋਰ ਚੀਥੜੇ ਜਿਹੇ ਫੱਟੇ ਤੇ ਇੱਕ ਸਿਰੇ ਉੱਤੇ ਰੱਖੇ ਹੋਏ ਸਨ। ਖੋਲਨ ਨੇ ਖੱਦਰ ਦੇ ਇੱਕ ਪੌਣੇ 'ਚ ਮੁੰਡੇ ਦੇ ਖਾਣ ਦੀਆਂ ਚੀਜ਼ਾਂ ਵਲੇਟ ਦਿੱਤੀਆਂ। ਅੱਧਾ ਕਿਲੋ ਸੌਸੇਜ, 2 ਟੁਕੜੇ ਸੂਰ ਦੀ ਲੂਣੀ ਚਰਬੀ ਦੇ, ਰਾਈ ਦੀ ਰੋਟੀ ਤੇ ਚਿੱਟੀ ਰੋਟੀ ਦੇ ਕੁਝ ਟੁਕੜੇ। ਸੌਸੇਜ ਘਰ ਦੇ ਬਣੇ ਹੋਏ ਸਨ ਤੇ ਸੂਰ ਦੀ ਚਰਬੀ ਵੀ ਫੌਜੀਆਂ ਨੂੰ ਮਿਲਣ ਵਾਲੀ ਨਹੀਂ ਸੀ, ਸਗੋਂ ਪਤਲਾ ਤੇ ਘਟੀਆ ਜਿਹਾ ਟੁਕੜਾ ਜਿਹੜਾ ਗੰਦੇ ਲੂਣ ਨਾਲ ਮੈਲਾ ਹੋ ਗਿਆ ਹੋਇਆ ਸੀ। ਰੋਟੀ ਵੀ ਘਰ ਹੀ ਚੁੱਲ੍ਹੇ 'ਚ ਪਕਾਈ ਹੋਈ ਸੀ। ਮੈਂ ਵੇਖਿਆ ਤੇ ਸੋਚਿਆ ਕਿਵੇਂ ਨਿੱਕੇ ਨਿੱਕੇ ਵੇਰਵਿਆਂ ਦਾ ਖਿਆਲ ਰੱਖਿਆ ਗਿਆ।
ਖਾਣ ਦੀਆਂ ਚੀਜ਼ਾਂ ਪਿੱਠੂ 'ਚ ਬੰਨ੍ਹ ਦਿੱਤੀਆਂ ਗਈਆਂ ਸਨ, ਪਰ ਮੁੰਡਾ ਅਜੇ ਵੀ ਅਹਿਲ ਆਪਣੀ ਥਾਂ ਲੇਟਿਆ ਹੋਇਆ ਸੀ। ਖੋਲੇ ਨੇ ਨਜ਼ਰ ਬਚਾ ਕੇ ਉਹਦੇ ਵੱਲ ਵੇਖਿਆ ਤੇ ਬਿਨਾਂ ਕੁਝ ਆਖੇ ਬੋਲੇ। ਫਿਰ ਰਾਕਟ ਗਨ ਦੀ ਪੜਤਾਲ ਕਰਨ ਤੇ ਪੈਨ ਦੀ ਜਕੜ ਦੀ ਜਾਂਚ ਪਰਖ ਕਰਨ ਲੱਗ ਪਿਆ। ਆਖਰ ਮੁੰਡਾ ਫੱਟੇ ਉੱਤੇ ਉੱਠ ਕੇ ਬਹਿ ਗਿਆ ਤੇ ਹੌਲੀ-ਹੌਲੀ ਆਰਾਮ ਨਾਲ ਆਪਣੀ ਫੌਜੀ ਵਰਦੀ ਲਾਉਣ ਲੱਗਾ। ਗੂੜੀ ਨੀਲੀ ਬਿਰਜਸ ਗੋਡਿਆਂ ਤੇ ਨੀਚੇ ਤੋਂ ਮੈਲੀ ਹੋ ਗਈ ਸੀ। ਤਾਰਕੋਲ, ਉਹਨੇ ਆਖਿਆ, ਇਹਨੂੰ ਸਾਫ਼ ਕਰਵਾ ਦੇ। ਇਹਦੀ ਥਾਂ ਸਟੋਰ 'ਚੋਂ ਨਵੀਂ ਕਿਉਂ ਨਾ ਕਢਵਾ ਦੇਵਾਂ? ਖੋਲੇ ਨੇ ਤਜਵੀਜ਼ ਰੱਖੀ। ਨਹੀਂ, ਇਸੇ ਨੂੰ ਸਾਫ਼ ਕਰ ਦੇਣ। ਮੁੰਡੇ ਨੇ ਬੜੀ ਹੌਲੀ-ਹੌਲੀ ਆਪਣੀ ਗੈਰ ਫੌਜੀ ਕੱਪੜੇ ਪਾਏ। ਖੋਲੇ ਨੇ ਉਹਦੀ ਮਦਦ ਕੀਤੀ। ਫਿਰ ਸਭਨਾਂ ਪਾਸਿਆਂ ਤੋਂ ਵੇਖਿਆ, ਜਾਚਿਆ। ਮੁੰਡਾ ਬਿਲਕੁਲ ਬੇਘਰ, ਬੁਰੇ ਹਾਲ ਸ਼ਰਨਾਰਥੀ ਲੱਗ ਰਿਹਾ ਸੀ, ਜਿਸ ਤਰ੍ਹਾਂ ਦੇ ਸਾਨੂੰ ਫੌਜੀ ਚੜ੍ਹਾਈਆਂ ਵੇਲੇ ਅਣਗਿਣਤ ਮਿਲਦੇ ਰਹਿੰਦੇ ਸਨ। ਮੁੰਡੇ ਨੇ ਇੱਕ ਬੰਦ ਹੋ ਜਾਣ ਵਾਲਾ ਚਾਕੂ ਤੇ ਕੁਝ ਸਿੱਧੇ ਮਧੋਲੇ ਕਾਗਜ਼ ਜੇਬ 'ਚ ਪਾ ਲਏ, ਜਿਨ੍ਹਾਂ 'ਚ ਕਬਜ਼ੇ ਹੇਠਲੇ ਇਲਾਕੇ ਦੇ 60 ਜਾਂ 70 ਮਾਰਕ ਸਨ, ਬਸ ਹੋਰ ਕੁਝ ਨਹੀਂ। ਆ ਭੁੜਕੀਏ, ਖੋਲੇ ਨੇ ਮੈਨੂੰ ਆਖਿਆ। ਅਸੀਂ ਕਈ ਵਾਰੀ ਹੇਠਾਂ ਉੱਤੇ ਭੁੜਕ ਕੇ ਇੱਕ ਤਸੱਲੀ ਬਖਸ਼ ਅਜ਼ਮਾਇਸ਼ ਵਿੱਚੋਂ ਲੰਘੇ। ਮੁੰਡਾ ਵੀ ਭੁੜਕਿਆ, ਭਾਵੇਂ ਉਹਦੇ ਕੋਲ ਕੋਈ ਐਸੀ ਚੀਜ਼ ਨਹੀਂ ਸੀ ਜਿਹੜੀ ਕਿਸੇ ਤਰ੍ਹਾਂ ਦਾ ਕੋਈ ਖੜਾਕ ਕਰੇ। ਇੱਕ ਪੁਰਾਣੀ ਰੂਸੀ ਰਸਮ ਮੁਤਾਬਿਕ ਤੁਰਨ ਤੋਂ ਪਹਿਲਾਂ ਅਸੀਂ ਬਹਿ ਗਏ। ਥੋੜ੍ਹਾ ਚਿਰ ਅਸੀਂ ਚੁੱਪ ਕਰਕੇ ਬੈਠੇ ਰਹੇ। ਮੁੰਡੇ ਦੇ ਚਿਹਰੇ ਉੱਤੇ ਇਸ ਤਰ੍ਹਾਂ ਦੀ ਸੋਚ ਤੇ ਅੰਦਰੂਨੀ ਕਸ਼ਮਕਸ਼ ਦਾ ਪ੍ਰਭਾਵ ਸੀ ਜੋ ਬੱਚਿਆਂ ਦੇ ਚਿਹਰਿਆਂ ਉੱਤੇ ਨਹੀਂ ਹੋਇਆ ਕਰਦਾ। 6 ਦਿਨ ਪਹਿਲਾਂ ਮੈਂ ਇਹੋ ਚਿਹਰਾ ਵੇਖਿਆ ਸੀ ਜਦੋਂ ਪਹਿਲੀ ਵਾਰੀ ਮੇਰੇ ਮੋਰਚੇ 'ਚ ਆਇਆ। ਆਪਣੀਆਂ ਸਿਗਨਲ ਵਾਲੀਆਂ ਬੈਟਰੀਆਂ ਦਾ ਲਾਲ ਚਾਨਣ ਅੱਖਾਂ 'ਚ ਲਿਸ਼ਕਾ ਕੇ, ਤਾਂ ਜੋ ਹਨੇਰੇ 'ਚ ਰਾਹ ਚੰਗੀ ਤਰ੍ਹਾਂ ਵੇਖ ਸਕੀਏ, ਅਸੀਂ ਕਿਸ਼ਤੀ ਵੱਲ ਤੁਰ ਪਏ। ਮੈਂ ਅੱਗੇ, ਮੁੰਡਾ ਕੋਈ 15 ਕਦਮ ਮੇਰੇ ਪਿੱਛੇ ਤੇ ਉਸ ਤੋਂ ਪਿੱਛੇ ਖੋਲੇ। ਜਿਹੜਾ ਵੀ ਸਾਨੂੰ ਰਾਹ 'ਚ ਮਿਲੇ ਉਹਨੂੰ ਨਾਂ ਲੈ ਕੇ ਬੁਲਾਉਣਾ ਤੇ ਉਹਨੂੰ ਗੱਲੀ ਬਾਤੀ ਲਾਉਣਾ ਸੀ, ਤਾਂ ਜੋ ਮੁੰਡਾ ਕਿਤੇ ਲੁਕ ਛਿਪ ਸਕੇ। ਸਾਡੇ ਤੋਂ ਇਲਾਵਾ ਹੁਣ ਉਹਨੂੰ ਕੋਈ ਨਾ ਵੇਖ ਸਕੇ। ਇਹ ਜ਼ਰੂਰੀ ਸੀ। ਖੋਲਨ ਨੇ ਬੜੇ ਸਖਤ ਲਫ਼ਜ਼ਾਂ 'ਚ ਮੈਨੂੰ ਇਹ ਚੇਤਾਵਨੀ ਦੇ ਦਿੱਤੀ ਸੀ। ਸੱਜੇ ਪਾਸਿਓਂ ਹਨੇਰੇ 'ਚ ਕਮਾਂਡ ਦੇ ਹੌਲੀ-ਹੌਲੀ ਆਖੇ ਲਫ਼ਜ਼ ਸੁਣਦੇ ਸਨ। ਤੋਪਚੀ ਅਮਲਾ ਆਪਣੀ ਥਾਂ ਮੋਰਚੇ ਤੇ ਜਦੋਂ ਅਮਲੇ ਦੇ ਬੰਦੇ ਝਾੜੀਆਂ 'ਚ ਇੱਧਰ-ਉੱਧਰ ਪਈਆਂ ਗੰਨਾਂ ਤੇ ਮਾਟਰਾਂ ਉੱਤੇ, ਜਿੱਥੇ ਮੇਰੀ ਬਟਾਲੀਅਨ ਤੇ ਤੀਜੀ ਬਟਾਲੀਅਨ ਖੰਦਕਾਂ 'ਚ ਡਟੀ ਹੋਈ ਸੀ, ਆਪਣੇ ਮੋਰਚੇ ਸੰਭਾਲਦੇ ਸਨ, ਤਾਂ ਟਹਿਣੀਆਂ ਦੇ ਤੜਕ-ਤੜਕ ਟੁੱਟਣ ਤੇ ਬੰਦਿਆਂ ਦੇ ਪੋਲੇ-ਪੋਲੇ ਬੋਲਣ ਦੀਆਂ ਆਵਾਜ਼ਾਂ ਸੁਣਦੀਆਂ ਸਨ। ਸਾਡੇ ਤੋਂ ਇਲਾਵਾ ਕੋਈ 200 ਬੰਦੇ ਹੋਰ ਇਸ ਕਾਰਵਾਈ 'ਚ ਹਿੱਸਾ ਲੈ ਰਹੇ ਸਨ। ਉਹ ਮਾਰੂ ਗੋਲਾਬਾਰੀ ਦਾ ਮੀਂਹ ਵਰ੍ਹਾ ਕੇ, ਜਰਮਨ ਮੋਰਚਿਆਂ ਦੀਆਂ ਧੱਜੀਆਂ ਉਡਾ ਕੇ ਹਰ ਪਲ ਸਾਨੂੰ ਓਟ ਦੇਣ ਲਈ ਤਿਆਰ ਸਨ, ਤੇ ਕਿਸੇ ਨੂੰ ਵੀ ਇਸ ਗੱਲ ਦਾ ਸ਼ੱਕ ਨਹੀਂ ਸੀ ਕਿ ਖੰਦਕਾਂ ਉੱਤੇ ਛਾਪਿਆਂ ਤੋਂ ਇਲਾਵਾ ਕੁਝ ਹੋਰ ਗੱਲ ਵੀ ਹੈ, ਜਿਵੇਂ ਕਿ ਖੋਲਨ ਸਹਾਇਕ ਟੁਕੜੀਆਂ ਦੀ ਕਮਾਂਡ ਕਰਨ ਵਾਲੇ ਅਫਸਰਾਂ ਨੂੰ ਦੱਸਣ ਲਈ ਮਜਬੂਰ ਸੀ। ਕਿਸ਼ਤੀ ਸਰਹੱਦੀ ਚੌਂਕੀ ਦੇ ਨੇੜੇ ਸੀ। ਇਹ 2 ਸੰਤਰੀਆਂ ਵਾਲੀ ਚੌਂਕੀ ਸੀ, ਪਰ ਖੋਲਨ ਦੀ ਹਦਾਇਤ ਉੱਤੇ ਮੈਂ ਚੌਂਕੀ ਦੇ ਕਮਾਂਡਰ ਨੂੰ ਹੁਕਮ ਦਿੱਤਾ ਸੀ ਕਿ ਖੰਦਕ ਵਿੱਚ ਸਿਰਫ ਇੱਕੋ ਹੀ ਬੰਦਾ ਰਹੇ, ਦਿਓਮਿਨ ਨਾਂ ਦਾ ਇੱਕ ਅਧਖੜ ਉਮਰ ਦਾ ਲੈਸ ਕਾਰਪੋਰਲ। ਜਦੋਂ ਅਸੀਂ ਕੰਢੇ ਉੱਤੇ ਪਹੁੰਚੇ ਤਾਂ ਖੋਲਨ ਨੇ ਮੈਨੂੰ ਅਗਾਂਹ ਭੇਜ ਦਿੱਤਾ, ਤਾਂ ਜੋ ਮੈਂ ਉਸ ਬੰਦੇ ਨੂੰ ਗੱਲੀ ਲਾ ਲਵਾਂ ਤੇ ਉਹ ਤੇ ਮੁੰਡਾ ਅੱਗੇ ਖਿਸਕ ਜਾਣ। ਇਹ ਸਾਰੀ ਚੌਕਸੀ ਮੇਰੇ ਖਿਆਲ 'ਚ ਜ਼ਰੂਰੀ ਨਹੀਂ ਸੀ, ਪਰ ਖੋਲਨ ਦੀ ਇਸ ਖੁਫੀਆ ਕਾਰਵਾਈ ਤੋਂ ਮੈਨੂੰ ਕੋਈ ਹੈਰਾਨੀ ਨਹੀਂ ਸੀ ਹੋਈ। ਮੈਂ ਜਾਣਦਾ ਸੀ ਕਿ ਸਾਰੇ ਜਸੂਸ ਇਸ ਤਰ੍ਹਾਂ ਦੇ ਹੁੰਦੇ ਹੈ। ਵੇਖ, ਕੋਈ ਗੱਲ ਨਹੀਂ ਕਰਨੀ। ਮੈਨੂੰ ਅੱਗੇ ਤੁਰੇ ਜਾਂਦੇ ਨੂੰ ਖੋਲਨ ਨੇ ਜੋਸ਼ ਨਾਲ ਕੁਸਰ-ਮੁਸਰ ਕਰਕੇ ਚੇਤਾਵਨੀ ਦਿੱਤੀ। ਕਦਮ ਉੱਤੇ ਮਿਲਦੀਆਂ ਨਾ ਚੇਤਾਵਨੀਆਂ ਤੋਂ ਮੈਂ ਖਿਝ ਗਿਆ। ਆਖਿਰ ਮੈਂ ਕੋਈ ਨਿਆਣਾ ਤਾਂ ਨਹੀਂ ਸੀ। ਫਿਰ ਇਹ ਸਭ ਕੁਝ ਕਾਹਦੇ ਵਾਸਤੇ? ਦਿਓਮਿਨ ਨੇ ਠੀਕ ਬਾਕਾਇਦਾ ਢੰਗ ਨਾਲ ਦੂਰੋਂ ਹੀ ਮੈਨੂੰ ਵੰਗਾਰਿਆ ਤੇ ਮੈਂ ਖੰਦਕ ਵੱਲ ਤੁਰੇ ਜਾਂਦਿਆਂ ਜਵਾਬ ਦਿੱਤਾ। ਮੈਂ ਛਾਲ ਮਾਰ ਕੇ ਹੇਠਾਂ ਚਲਾ ਗਿਆ ਤੇ ਇਸ ਤਰ੍ਹਾਂ ਖੜਾ ਹੋ ਗਿਆ ਕਿ ਗੱਲ ਕਰਦਿਆਂ ਰਾਹ ਵਾਲੇ ਪਾਸੇ ਉਹਦੀ ਪਿੱਠ ਹੀ ਹੋਵੇ। ਸਿਗਰਟ ਪੀ ਲੈ, ਮੈਂ ਸਿਗਰਟ ਪੇਸ਼ ਕਰਦਿਆਂ ਕਿਹਾ। ਉਹਨੇ ਇੱਕ ਸਿਗਰਟ ਫੜ ਲਈ। ਅਸੀਂ ਪੱਥੱਲਾ ਮਾਰ ਕੇ ਬਹਿ ਗਏ ਤੇ ਉਹ ਸਿੱਲੀਆਂ ਤੀਲਾਂ ਬਾਲਣ ਲੱਗ ਪਿਆ। ਆਖਿਰ ਇੱਕ ਤੀਲੀ ਬਲ ਪਈ। ਪਹਿਲਾਂ ਉਹਨੇ ਮੇਰੀ ਸਿਗਰਟ ਨੂੰ ਲਾਟ ਛੁਆਈ, ਫਿਰ ਆਪਣੀ ਸਿਗਰਟ ਸੁਲਗਾਈ। ਤੀਲੀ ਦੇ ਚਾਨਣ 'ਚ ਮੈਂ ਵੇਖਿਆ ਕਿ ਇੱਕ ਗੁੱਠ 'ਚ ਪਏ ਘਾਹ ਉੱਤੇ ਕੋਈ ਸੁੱਤਾ ਪਿਆ ਸੀ। ਖੰਦਕੀ ਟੋਪੀ ਚੰਗੀ ਤਰ੍ਹਾਂ ਜਾਣੀ ਪਛਾਣੀ ਲੱਗੀ ਸੀ। ਸਿਗਰਟ ਦਾ ਲੰਮਾ ਕਸ਼ ਲੈਂਦਿਆਂ ਮੈਂ ਕੁਝ ਬੋਲੇ ਬਗੈਰ ਹੀ ਆਪਣੀ ਬੈਟਰੀ ਜਗਾਈ ਤੇ ਵੇਖਿਆ ਕਿ ਗੁੱਠ 'ਚ ਪਿਆ ਆਦਮੀ ਤਾਂ ਕਾਤਾਸੋਨੋਵ ਸੀ। ਉਹ ਸਿੱਧਾ ਲੱਕ ਪਰਨੇ ਪਿਆ ਸੀ ਤੇ ਆਪਣੀ ਖੰਦਕੀ ਟੋਪੀ ਨਾਲ ਚਿਹਰਾ ਕੱਜਿਆ ਹੋਇਆ ਸੀ। ਹਾਲੇ ਵੀ ਨਾ ਸਮਝਦਿਆਂ ਮੈਂ ਖੰਦਕੀ ਟੋਪੀ ਚੁੱਕ ਦਿੱਤੀ। ਪੀਲਾ ਜ਼ਰਦ ਖਰਗੋਸ਼ ਦੇ ਚਿਹਰੇ ਵਰਗਾ ਮਾਸੂਮ ਚਿਹਰਾ, ਖੱਬੀ ਅੱਖ ਦੇ ਉੱਪਰ ਸਾਫ਼ ਛੋਟਾ ਜਿਹਾ ਗੋਲੀ ਨਾਲ ਹੋਇਆ ਛੇਕ।
ਐਸੀ ਬੇਹੂਦਾ ਦੁਰਘਟਨਾ ਸੀ ਇਹ। ਦਿਓਮਨ ਨੇ ਹੌਲੀ ਜਿਹੀ ਆਖਿਆ ਤੇ ਦੂਰੋਂ ਉਹਦੀ ਆਵਾਜ਼ ਮੇਰੇ ਤੱਕ ਆਈ। ਉਹਨਾਂ ਨੇ ਕਿਸ਼ਤੀ ਨੂੰ ਥਾਂ ਸਿਰ ਕਰ ਦਿੱਤਾ ਤੇ ਫਿਰ ਮੇਰੇ ਕੋਲ ਬਹਿ ਕੇ ਸਿਗਰਟ ਪੀਣ ਲੱਗੇ। ਕਪਤਾਨ ਇੱਥੇ ਖੜਾ ਮੇਰੇ ਨਾਲ ਗੱਲਾਂ ਕਰ ਰਿਹਾ ਸੀ। ਜਦੋਂ ਇਹਨੇ ਰਿੰਗ ਕੇ ਬਾਹਰ ਆਉਣਾ ਸ਼ੁਰੂ ਕੀਤਾ, ਉੱਪਰ ਆਉਂਦੇ ਹੌਲੀ ਜਿਹੀ ਸਰਕ ਕੇ ਖੰਦਕ ਦੇ ਪਿੱਛੇ ਹੋ ਗਿਆ। ਸਾਨੂੰ ਤਾਂ ਗੋਲੀ ਚੱਲਣ ਦੀ ਕੋਈ ਆਵਾਜ਼ ਵੀ ਨਹੀਂ ਸੁਣੀ। ਕਪਤਾਨ ਦੌੜ ਕੇ ਉਹਦੇ ਨੇੜੇ ਹੋਇਆ ਤੇ ਉਹਨੂੰ ਝੰਜੋੜਿਆ, ਕਾਤਾ ਸੁਣੋ, ਕਾਤਾ ਸੁਣੋ। ਅਸੀਂ ਵੇਖਿਆ ਕਿ ਉਹ ਤਾਂ ਮਰ ਚੁੱਕਾ ਸੀ ਥਾਂ 'ਤੇ ਹੀ। ਕਪਤਾਨ ਨੇ ਆਖਿਆ ਕਿ ਅਸੀਂ ਕਿਸੇ ਨਾਲ ਇਸ ਬਾਰੇ ਗੱਲ ਨਹੀਂ ਕਰਨੀ। ਹੁਣ ਸਾਨੂੰ ਸਮਝ ਆਈ ਕਿ ਦਰਿਆ ਤੋਂ ਵਾਪਸ ਜਾਣ ਮਗਰੋਂ ਖੋਲਣ ਦਾ ਚਿਹਰਾ ਮੈਨੂੰ ਕੁਝ ਅਜੀਬ ਕਿਉਂ ਲੱਗਾ ਸੀ। ਕਿਸੇ ਨਾਲ ਕੋਈ ਗੱਲ ਨਹੀਂ ਕਰਨੀ। ਮੈਂ ਦਰਿਆ ਵਾਲੇ ਪਾਸਿਓਂ ਉਸਦੀ ਹਾਕਮਾਨਾ ਫੁਸਰ ਸੁਣੀ। ਮੈਂ ਹੁਣ ਸਭ ਕੁਝ ਸਮਝ ਗਿਆ ਸਾਂ। ਹੁਣ ਮੁੰਡਾ ਜਦੋਂ ਸੌਂਪਿਆ ਗਿਆ ਕੰਮ ਨੇਪਰੇ ਚਾੜ੍ਹਨ ਜਾ ਰਿਹਾ ਸੀ, ਉਹਨੂੰ ਕਿਸੇ ਵੀ ਹਾਲਤ ਵਿੱਚ ਪਰੇਸ਼ਾਨ ਨਹੀਂ ਸੀ ਕੀਤਾ ਜਾ ਸਕਦਾ। ਉਹਨੂੰ ਕਿਸੇ ਗੱਲ ਦਾ ਪਤਾ ਨਹੀਂ ਸੀ ਲੱਗਣਾ ਚਾਹੀਦਾ। ਮੈਂ ਹੱਥ ਪੈਰ ਮਾਰ ਕੇ ਖੰਦਕ 'ਚੋਂ ਬਾਹਰ ਆਇਆ ਤੇ ਹੌਲੀ ਦਰਿਆ ਦੇ ਕੰਢੇ ਵੱਲ ਤੁਰ ਪਿਆ। ਮੁੰਡਾ ਕਿਸ਼ਤੀ 'ਚ ਸਵਾਰ ਹੋ ਚੁੱਕਾ ਸੀ ਤੇ ਮੈਂ ਆਪਣੀ ਟੌਮੀ ਗਨ ਨੂੰ ਤਿਆਰ ਕਰਕੇ ਕਿਸ਼ਤੀ ਦੇ ਪਿਛਲੇ ਪਾਸੇ ਉਹਦੇ ਕੋਲ ਜਾ ਬੈਠਾ। ਇਕਸਾਰ ਬੈਠੋ। ਖੋਲਣ ਨੇ ਸਾਡੇ ਉੱਤੇ ਇੱਕ ਕੇਪ ਸੁੱਟਦਿਆਂ ਹੌਲੀ ਜਿਹੀ ਕਿਹਾ, ਵੇਖਿਓ ਕਿਸ਼ਤੀ ਉਲਾਰ ਨਾ ਹੋਵੇ। ਉਹਨੇ ਕਿਸ਼ਤੀ ਨੂੰ ਧੱਕਾ ਦਿੱਤਾ, ਛਾਲ ਮਾਰ ਕੇ ਸਵਾਰ ਹੋ ਗਿਆ ਤੇ ਚੱਪੂ ਫੜ ਲਏ। ਆਪਣੀ ਘੜੀ ਉੱਤੇ ਨਜ਼ਰ ਮਾਰ ਕੇ ਉਹਨੇ ਥੋੜ੍ਹਾ ਚਿਰ ਹੋਰ ਉਡੀਕਿਆ, ਫਿਰ ਪੋਲੇ ਜਿਹੀ ਸੀਟੀ ਵਜਾਈ। ਇਹ ਕਾਰਵਾਈ ਸ਼ੁਰੂ ਕਰਨ ਦਾ ਇਸ਼ਾਰਾ ਸੀ। ਉਸੇ ਵੇਲੇ ਉਹਨੂੰ ਜਵਾਬ ਮਿਲਿਆ। ਸੱਜੇ ਪਾਸੇ ਹਨੇਰੇ 'ਚ, ਜਿੱਥੇ ਸਹਾਇਕ ਕੁੜੀਆਂ ਦੇ ਕਮਾਂਡਰ ਤੇ ਤੋਪਖਾਨੇ ਦੇ ਨਿਗਰਾਨ ਮੌਜੂਦ ਸਨ, ਵੱਡੀ ਮਸ਼ੀਨ ਗਨ ਖੰਦਕ ਵਿੱਚੋਂ ਇੱਕ ਰਫਲ ਤੇ ਤੜ ਕਰਨ ਦੀ ਆਵਾਜ਼ ਆਈ। ਖੋਲਣ ਨੇ ਕਿਸ਼ਤੀ ਨੂੰ ਘੁਮਾਇਆ ਤੇ ਚੱਪੂ ਮਾਰਨੇ ਸ਼ੁਰੂ ਕਰ ਦਿੱਤੇ। ਕੰਡਾ ਛੇਤੀ ਲੋਪ ਹੋ ਗਿਆ। ਠੰਡੀ ਰਾਤ ਨੇ ਆਪਣੀ ਧੁੰਦਲੀ ਚਾਦਰ ਸਾਡੇ ਉੱਤੇ ਪਾ ਦਿੱਤੀ। ਧੰਨਵਾਦ।